ਇੰਡੀਆ ਦਾ ਜਿਹੜਾ ਮੇਰਾ ਭਾਰਤ ਵਰਸ਼ ਦਾ ਐਕਸਪੀਰੀਅੰਸ ਬਹੁਤ ਚੰਗਾ ਸੀ। ਸਕੂਲਾਂ ਦੇ ਵਿੱਚ ਪ੍ਰਾਇਮਰੀ ਸੀ, ਕਿੰਡਰਗਾਰਟਨ ਤੋਂ ਲੈ ਕੇ 5ਵੀਂ ਤੱਕ, ਅਤੇ ਉਸ ਤੋਂ ਬਾਅਦ ਮਿਡਲ ਸਕੂਲ ਸੀਗਾ 6ਵੀਂ ਤੋਂ ਲੈ ਕੇ 8ਵੀਂ ਤੱਕ, ਅਤੇ ਸੈਕੰਡਰੀ ਸੀ 9ਵੀਂ ਤੋਂ ਲੈ ਕੇ 11ਵੀਂ ਤੱਕ। ਉਹਦੇ ਵਿੱਚ ਜਿਹੜਾ ਪੰਜਾਬੀ ਸੀਗਾ ਇਹ ਮੁੱਖ ਭਾਸ਼ਾ ਦੇ ਤੌਰ ਦੇ ਉੱਤੇ ਪੜ੍ਹਾਇਆ ਜਾਂਦਾ ਸੀ, ਅਤੇ ਇਹ ਮੇਰੀ ਮੁੱਖ ਭਾਸ਼ਾ ਸੀ ਜਿਹਦੇ 'ਚ ਸਾਰੀ ਇੰਸਟਰਕਸ਼ਨ ਸੀ। ਜਦੋਂ ਮੈਂ ਕੈਨੇਡਾ ਆਇਆ ਤਾਂ ਮੈਨੂੰ ਸਾਰਾ ਕੁਛ ਇੱਥੇ ਨਵਾਂ ਲੱਗਦਾ ਸੀ। ਗੁਰਦੁਆਰਾ ਸਾਹਿਬ 8000 ਰੋਸ ਸਟਰੀਟ, ਉੱਥੇ ਮੈਂ ਸ਼ਾਮ ਦੀਆਂ ਜਿਹੜੀਆਂ ਕਲਾਸਾਂ ਹੁੰਦੀਆਂ ਸਨ ਉਹ ਪੜ੍ਹਾਉਣੀਆਂ ਸ਼ੁਰੂ ਕੀਤੀਆਂ। ਕੋਈ ਲਗਭਗ 20 ਕੁ ਸਾਲ ਮੈਂ ਉੱਥੇ ਪੰਜਾਬੀ ਦੀਆਂ ਕਲਾਸਾਂ ਵਲੰਟੀਅਰ ਤੌਰ 'ਤੇ ਪੜ੍ਹਾਉਂਦਾ ਰਿਹਾ, ਅਤੇ ਨਾਲ ਦੀ ਨਾਲ ਜਿਹੜੇ ਗੁਰਦੁਆਰਾ ਸੁਸਾਇਟੀ ਕਮੇਟੀ ਜਿਹੜੀ ਸੀ ਉਹ ਗੁਰਮਤਿ ਕੈਂਪ ਬੱਚਿਆਂ ਦੇ ਲਾਉਂਦੀ ਹੁੰਦੀ ਸੀ, ਉਹਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ। ਅਤੇ ਨਾਲ ਦੀ ਨਾਲ ਹੋਰ ਗੁਰਦੁਆਰਿਆਂ ਵਿੱਚ ਜਿਸ ਤਰ੍ਹਾਂ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿਨਿਸਟਰ, ਇੱਥੇ ਵੀ 1983 ਤੋਂ ਲੈ ਕੇ 2010 ਤੱਕ ਮੈਂ ਹਰ ਵੀਕਐਂਡ ਸ਼ਨਿਚਰਵਾਰ ਅਤੇ ਐਤਵਾਰ ਪੰਜਾਬੀ ਦੀਆਂ ਕਲਾਸਾਂ ਕੋਲ ਲਗਭਗ 27 ਸਾਲ ਲਗਾਤਾਰ ਪੜ੍ਹਾਈਆਂ। ਇਸੇ ਤਰੀਕੇ ਨਾਲ ਗੁਰੂ ਨਾਨਕ ਗੁਰਦੁਆਰਾ ਸਰੀ ਡੈਲਟਾ ਦੇ ਵਿੱਚ 1983 ਤੋਂ ਲੈ ਕੇ 1998 ਤੱਕ ਪੂਰੇ 15 ਸਾਲ ਸ਼ਾਮ ਦੀਆਂ ਕਲਾਸਾਂ ਮੈਂ ਪੜ੍ਹਾਉਂਦਾ ਰਿਹਾ। ਇਸੇ ਤਰੀਕੇ ਨਾਲ ਕੈਨੇਡੀਅਨ ਸਿੱਖ ਸਟੱਡੀ ਟੀਚਿੰਗ ਸੁਸਾਇਟੀ ਵੱਲੋਂ ਜੋ ਪੰਜਾਬੀ ਸਕੂਲ ਚੱਲਦੇ ਸਨ, ਉਹਨਾਂ ਵਿੱਚ ਸੈਕੰਡ ਸਟਰੀਟ ਕਮਿਊਨਿਟੀ ਸਕੂਲ, ਉਸ ਤੋਂ ਬਾਅਦ ਆ ਜਾਂਦਾ ਹੈਗਾ ਐਡਮੰਡ ਜੂਨੀਅਰ ਹਾਈ ਸਕੂਲ, ਸਟਰਾਈਡ ਐਲੀਮੈਂਟਰੀ ਸਕੂਲ, ਨੈਲਸਨ ਐਲੀਮੈਂਟਰੀ ਸਕੂਲ। ਉੱਥੇ ਵੀ ਸ਼ਾਮ ਦੀਆਂ ਕਲਾਸਾਂ 2 ਦਿਨ ਸ਼ਾਮ ਨੂੰ ਸਕੂਲ ਤੋਂ ਬਾਅਦ ਪੜ੍ਹਾਈਆਂ ਕੋਲ ਲਗਭਗ 2002 ਤੱਕ 13 ਸਾਲ। ਸੋ ਇਸੇ ਤਰੀਕੇ ਨਾਲ ਐਬਟਸਫੋਰਡ ਵਿੱਚ ਵੀ 2 ਸਾਲ ਮੈਂ 1 ਸਾਲ ਫੁੱਲ ਟਾਈਮ ਅਤੇ 1 ਸਾਲ ਜਿਹੜਾ ਸੀ ਉਹ ਔਨ ਕਾਲ 'ਤੇ ਪੰਜਾਬੀ ਦੀਆਂ ਕਲਾਸਾਂ, ਅਤੇ ਨਾਲ ਮੈਥੇਮੈਟਿਕਸ ਸਾਇੰਸ ਮੈਂ ਬੱਚਿਆਂ ਨੂੰ ਪੜ੍ਹਾਉਂਦਾ ਰਿਹਾ। ਅਤੇ ਗੁਰਦੁਆਰਿਆਂ ਦੇ ਵਿੱਚ ਜਿੱਥੇ ਕਿਤੇ ਵੀ ਕਿਸੇ ਨੇ ਸੱਦਿਆ ਗੁਰਮਤਿ ਕੈਂਪ ਬੱਚਿਆਂ ਦੇ ਲਾਉਂਦਾ ਰਿਹਾ। ਅਤੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊ ਵੈਸਟਮਿਨਿਸਟਰ ਵਿਖੇ ਮੈਨੂੰ ਕੋਈ ਲਗਭਗ 22 ਤੋਂ ਉੱਪਰ ਗੁਰਮਤਿ ਕੈਂਪ ਅਤੇ ਵੱਡਿਆਂ ਦੇ ਕੈਂਪ ਲਾਉਣ ਦਾ ਸੁਭਾਗ ਪ੍ਰਾਪਤ ਹੋਇਆ, ਜਿਹਦੇ ਵਿੱਚ ਬੱਚਿਆਂ ਨੇ ਬਹੁਤ ਗਿਣਤੀ ਦੇ ਵਿੱਚ ਗੁਰਮਤਿ ਦਾ ਜੋ ਗੁਰਮਤਿ ਦੇ ਬੇਸਿਕ ਪ੍ਰਿੰਸੀਪਲ, ਗੁਰਮਤਿ ਦੇ ਮੁੱਢਲੇ ਸਿਧਾਂਤਾਂ ਦਾ ਬੱਚਿਆਂ ਨੇ ਅਤੇ ਸਿਆਣਿਆਂ ਨੇ ਫਾਇਦਾ ਲਿਆ। ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਕ੍ਰਿਸਚੀਅਨ ਸਕੂਲ ਜੋ ਵੈਨਕੂਵਰ ਅਤੇ ਸਰੀ ਚੱਲਦੇ ਸਨ, ਉਹਨਾਂ ਦੇ ਬੱਚੇ ਵੀ ਇੱਥੇ ਡੇ ਟ੍ਰਿਪ ਉੱਤੇ ਆਉਂਦੇ ਰਹੇ। ਉਹਨਾਂ ਬੱਚਿਆਂ ਨੂੰ ਵੀ ਮੈਂ ਗੁਰਦੁਆਰਾ ਸਾਹਿਬ ਦਾ ਸਾਰਾ ਜੋ ਸਿਸਟਮ ਸੀ, ਸੰਗਤ ਦਾ, ਪੰਗਤ ਦਾ, ਨਿਸ਼ਾਨ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦਾ, ਉਹ ਵੀ ਜਾਣਕਾਰੀ ਦਿੰਦਾ ਰਿਹਾ। ਸ਼ਾਇਦ ਮੇਰੇ ਕੋਲ ਮੇਰੇ ਟੇਬਲ ਦੇ ਉੱਤੇ ਕਿਸੇ ਟੀਚਰ ਦੇ ਕੌਮੈਂਟ ਵੀ ਹੈਗੇ ਆ ਲਿਖੇ ਹੋਏ, ਉਹ ਤੁਹਾਨੂੰ ਜੇ ਮੈਂ ਲੱਭ ਗਿਆ ਤਾਂ ਦੇ ਦਿਆਂਗਾ, ਉਹ ਤੁਸੀਂ ਪੜ੍ਹ ਕੇ ਦੇਖ ਲੈਣੇ। ਸੋ 2010 ਦੇ ਵਿੱਚ ਫਿਰ ਮੈਂ ਗੁਰਦੁਆਰਾ ਸਾਹਿਬ ਸੁੱਖ ਸਾਗਰ ਤੋਂ ਕੁਛ ਸਰੀਰਕ ਤਕਲੀਫ ਕਰਕੇ ਛੁੱਟੀ ਲਈ, ਅਤੇ ਪਰ ਨਿਊ ਵੈਸਟਮਿਨਸਟਰ ਸਕੂਲ ਡਿਸਟ੍ਰਿਕਟ ਦੇ ਵਿੱਚ ਲਗਾਤਾਰ ਰਿਟਾਇਰਮੈਂਟ ਤੱਕ ਪੜ੍ਹਾਉਂਦਾ ਰਿਹਾ। ਸੋ ਆਲ ਟੂਗੈਦਰ ਤੁਸੀਂ ਕਹਿ ਸਕਦੇ ਹਾਂ, ਸਾਰਾ ਰਲਾ ਮਿਲਾ ਕੇ ਜਿਸ ਦਿਨ ਦਾ ਮੈਂ ਇਸ ਮੁਲਕ ਦੇ ਵਿੱਚ ਆਇਆ, ਉਸ ਦਿਨ ਦਾ ਪੰਜਾਬੀ ਮੁੱਖ ਤੌਰ 'ਤੇ, ਮੈਥੇਮੈਟਿਕਸ ਅਤੇ ਸਾਇੰਸ ਇਹ ਦੂਜੇ ਵਿਸ਼ਿਆਂ ਦੇ ਤੌਰ ਦੇ ਉੱਤੇ ਨਿਊ ਵੈਸਟਮਿਨਿਸਟਰ ਦੇ ਵਿੱਚ, ਐਬਟਸਫੋਰਡ ਦੇ ਵਿੱਚ ਮੈਂ ਇਹ ਕਲਾਸਾਂ ਪੜ੍ਹਾਈਆਂ, ਕੁਛ ਫੁੱਲ ਟਾਈਮ ਅਤੇ ਕੁਛ ਪਾਰਟ ਟਾਈਮ। ਅਤੇ ਨਾਲ ਹੀ ਨਾਲ 4 ਸਾਲ ਜੌਨ ਓਲੀਵਰ ਹਾਈ ਸਕੂਲ ਵੈਨਕੂਵਰ, ਉੱਥੇ ਕਮਿਊਨਿਟੀ ਐਜੂਕੇਸ਼ਨ ਦੇ ਵਿੱਚ 4 ਸਾਲ ਸ਼ਾਮ ਦੀਆਂ ਕਲਾਸਾਂ ਪੁਲਿਸ ਆਫੀਸਰਸ ਵਾਸਤੇ, ਫਾਇਰ ਫਾਈਟਰਸ ਵਾਸਤੇ, ਹੈਲਥ ਵਰਕਰਸ ਵਾਸਤੇ, ਜਿਨ੍ਹਾਂ ਦੀ ਭਾਸ਼ਾ ਪੰਜਾਬੀ ਨਹੀਂ ਸੀ, ਉਹ ਵੀ ਮੈਂ ਜਾ ਕੇ ਉੱਥੇ ਪੜ੍ਹਾਉਂਦਾ ਰਿਹਾ। ਸੋ ਇਸ ਤਰੀਕੇ ਦੇ ਨਾਲ ਅੱਜ ਤੱਕ ਮੈਂ ਪੰਜਾਬੀ ਮਾਂ ਬੋਲੀ ਦੀ ਆਪਣੇ ਬਿੱਤ ਮੁਤਾਬਕ ਸੇਵਾ ਕਰਦਾ ਆ ਰਿਹਾ ਹਾਂ। 2016 1 ਅਪ੍ਰੈਲ ਨੂੰ ਮੈਂ ਰਿਟਾਇਰ ਹੋਇਆ ਸੀ ਡਿਸਟ੍ਰਿਕਟ 40 ਨਿਊ ਵੈਸਟਮਿਨਿਸਟਰ ਦੇ ਵਿੱਚੋਂ। ਉਸ ਤੋਂ ਬਾਅਦ 1 ਸਾਲ ਮੈਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਫਿਜ਼ਿਕਸ, ਕੈਮਿਸਟਰੀ
ਤੇ ਨਾਲ ਮੈਥੇਮੈਟਿਕਸ ਪੜ੍ਹਾਇਆ। ਉਸ ਤੋਂ ਬਾਅਦ ਸਕੂਲ ਡਿਸਟ੍ਰਿਕਟ ਨੇ ਮੈਨੂੰ ਦੁਬਾਰਾ ਹਾਇਰ ਕਰ ਲਿਆ ਤੇ ਹੁਣ ਮੈਂ ਇੱਥੇ 5ਵੀਂ ਤੋਂ ਲੈ ਕੇ 8ਵੀਂ ਤੱਕ ਪੰਜਾਬੀ ਦੀਆਂ ਕਲਾਸਾਂ ਪੜ੍ਹਾ ਰਿਹਾ ਹਾਂ ਤੇ ਨਾਲ ਦੀ ਨਾਲ ਮੈਂ ਬਾਕੀ ਸਕੂਲਾਂ ਦੇ ਵਿੱਚ ਔਨ ਕਾਲ ਬੇਸਿਸ 'ਤੇ ਬੱਚਿਆਂ ਨੂੰ ਮੈਥੇਮੈਟਿਕਸ, ਸਾਇੰਸ ਜਿੱਥੇ ਵੀ ਲੋੜ ਪਵੇ ਉਹ ਜਾ ਕੇ ਮੈਂ ਪੜ੍ਹਾਉਂਦਾ ਹਾਂ। ਮੇਰੇ ਸਤਿਗੁਰ ਦੀ ਕਿਰਪਾ ਦੇ ਨਾਲ 3 ਬੱਚੇ ਝੋਲੀ ਵਿੱਚ ਪਏ। ਵੱਡੀ ਬੇਟੀ ਨਵਪ੍ਰੀਤ ਕੌਰ, ਲੜਕਾ ਸਤਨਾਮ ਸਿੰਘ ਤੇ ਛੋਟੀ ਨਵਨੀਰ ਕੌਰ। ਤੇ ਜਿਹੜੀ ਵੱਡੀ ਬੇਟੀ ਹੈਗੀ ਆ ਉਹਨੇ ਸਾਈਕੋਲੋਜੀ ਵਿੱਚ BA ਕੀਤੀ, ਫਿਰ B.Ed ਕੀਤੀ, ਫਿਰ M.Ed ਕੀਤੀ ਤੇ ਉਹ ਹੁਣ ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਪਿਛਲੇ 20-21 ਸਾਲ ਤੋਂ ਪੜ੍ਹਾ ਰਹੀ ਆ। ਤੇ ਉਹਨਾਂ ਬੱਚਿਆਂ ਨੂੰ ਖਾਲਸਾ ਐਲੀਮੈਂਟਰੀ ਸਕੂਲ 1986 ਵਿੱਚ ਖੁੱਲ੍ਹਿਆ ਸੀ। ਉਸ ਸਕੂਲ ਦੇ ਵਿੱਚ ਮੈਨੂੰ ਬਤੌਰ ਇੰਜੀਨੀਅਰ ਅਤੇ ਮੈਥੇਮੈਟਿਕਸ, ਸਾਇੰਸ ਤੇ PE ਟੀਚਰ ਦੀ ਉਹਨਾਂ ਨੇ ਨੌਕਰੀ ਦੇ ਨਾਲ ਵਾਈਸ ਪ੍ਰਿੰਸੀਪਲਸ਼ਿਪ ਦੀਆਂ ਵੀ ਜ਼ਿੰਮੇਵਾਰੀਆਂ ਦਿੱਤੀਆਂ। ਉੱਥੇ ਮੈਂ 4 ਸਾਲ ਪੜ੍ਹਾਇਆ ਤੇ ਉਸ ਤੋਂ ਬਾਅਦ ਵਿੱਚ ਮੈਂ ਨਿਊ ਵੈਸਟਮਿੰਸਟਰ ਸਕੂਲ ਡਿਸਟ੍ਰਿਕਟ ਦੇ ਵਿੱਚ ਕੰਮ ਆਪਣਾ ਸ਼ੁਰੂ ਕੀਤਾ। ਹਾਂਜੀ, ਤੋਂ ਲਗਭਗ ਜੇ ਗਿਣਦੇ ਹੈਗੇ ਆ ਪਬਲਿਕ ਐਜੂਕੇਸ਼ਨ ਦੇ ਵਿੱਚ ਕੋਈ 34 ਸਾਲ ਤੋਂ ਉੱਪਰ ਦਾ ਸਮਾਂ ਮੈਨੂੰ ਇਸ ਵੇਲੇ ਹੋ ਗਿਆ। ਤੇ ਮੇਰੇ ਬੱਚਿਆਂ ਨੇ ਖਾਲਸਾ ਸਕੂਲ ਦੇ ਵਿੱਚ ਪੰਜਾਬੀ ਲਿਖਣੀ, ਪੜ੍ਹਨੀ, ਬੋਲਣੀ, ਸ਼ਬਦ ਕੀਰਤਨ ਇਹ ਸਾਰਾ ਕੁਛ ਉੱਥੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਸੀ। ਪਰ ਅਸੀਂ ਬੱਚਿਆਂ ਨੂੰ ਘਰ ਵੀ ਪੜ੍ਹਾਉਂਦੇ ਰਹੇ ਤੇ ਹੁਣ ਜਿਹੜਾ ਬੱਚਿਆਂ ਦਾ ਪੜ੍ਹਨ ਦਾ, ਲਿਖਣ ਦਾ, ਬੋਲਣ ਦਾ ਲਹਿਜਾ ਜੋ ਬੱਚਿਆਂ ਦਾ ਹੈ ਉਹ ਬਹੁਤ ਜ਼ਿਆਦਾ ਵਧੀਆ ਆ। ਪਰ ਮੇਰੇ ਇਹ ਤੁਹਾਡੇ ਸਵਾਲ ਦਾ ਜਵਾਬ ਦੇਣ ਦੇ ਨਾਲ ਇਹ ਗੱਲ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਸਕੂਲ ਦੇ ਵਿੱਚ ਤੁਸੀਂ ਜਿੰਨਾ ਕੁ ਸਿੱਖਦੇ ਆ ਨਾ, ਅਗਰ ਤੁਸੀਂ ਮਾਪੇ ਘਰ ਵਿੱਚ ਆ ਕੇ ਉਹਨਾਂ ਬੱਚਿਆਂ ਨੂੰ ਜਿਹੜਾ ਡਰਿਲ ਵਰਕ ਹੈਗਾ ਤੇ ਹੋਰ ਉਹਨਾਂ ਦਾ ਹੋਮਵਰਕ ਆ, ਜਾਂ ਬੱਚਿਆਂ ਨੂੰ ਤੁਸੀਂ ਬੈਠ ਕੇ 1 ਜਾਂ 2 ਸਟੋਰੀਆਂ, ਕਹਾਣੀਆਂ ਪੜ੍ਹਾਉਂਦੇ ਆ, ਉਹਦੇ ਨਾਲ ਬਹੁਤ ਵੱਡਾ ਅਸਰ ਪੈਂਦਾ। ਇਸ ਕਰਕੇ ਮੇਰੇ 3 ਬੱਚੇ ਜਿਹੜੇ ਆ ਉਹ ਪ੍ਰੋਫੈਸ਼ਨਲ ਆ, ਬਹੁਤ ਕਾਮਯਾਬ ਹੋਏ ਆ, ਬੜੀ ਗੁਰੂ ਦੀ ਕਿਰਪਾ ਆ। 3 ਸ਼ਾਦੀशुदा ਆ, ਉਹਨਾਂ ਦੇ ਬੱਚੇ ਆ। 7 ਮੇਰੇ ਜਿਹੜੇ ਹੈਗੇ ਆ ਪੋਤੇ ਪੋਤੀਆਂ, ਦੋਤੇ ਤੇ ਦੋਤੀਆਂ ਗੁਰੂ ਸਾਹਿਬ ਨੇ ਮੈਨੂੰ ਬਖਸ਼ੇ ਆ। ਸਾਰੇ ਤੰਦਰੁਸਤ ਆ, ਸਾਰੇ ਹੀ ਪੰਜਾਬੀ ਬੋਲਦੇ ਆ, ਸਾਰੇ ਹੀ ਪੰਜਾਬੀ ਪੜ੍ਹਦੇ ਆ। ਅਸੀਂ ਵੀ ਵੀਕਐਂਡ ਉੱਤੇ ਬੱਚਿਆਂ ਨੂੰ ਹੁਣ ਪੰਜਾਬੀ ਘਰਾਂ 'ਚ ਸੱਦ ਕੇ ਪੜ੍ਹਾਈ ਜਾਂਦੇ ਹਾਂ। ਜਿਹਨੇ ਵੀ ਹੈਲਪ ਲੈਣੀ ਹੋਵੇ, ਮਦਦ ਲੈਣੀ ਹੋਵੇ, ਕੋਈ ਐਗਜ਼ਾਮ ਚੈਲੰਜ ਕਰਨਾ ਹੋਵੇ 12ਵੀਂ ਦਾ, 11ਵੀਂ ਦਾ, ਉਹ ਮੇਰੇ ਕੋਲੋਂ ਆ ਕੇ ਮੁਫਤ ਕੋਈ ਪੈਸਾ ਦਿੱਤੇ ਤੋਂ ਬਗੈਰ ਮੇਰੇ 'ਤੇ ਆ ਕੇ ਟ੍ਰੇਨਿੰਗ ਲੈ ਸਕਦਾ। ਨਾਲ ਹੀ ਨਾਲ ਬੱਚਿਆਂ ਨੂੰ ਹੋਮਵਰਕ ਜਿਹੜਾ ਹੈ ਉਹ ਟਿਊਟਰਿੰਗ ਦੇ ਤੌਰ ਦੇ ਉੱਤੇ ਫ੍ਰੀ ਟਿਊਟਰਿੰਗ ਵੀ ਮੈਂ ਸਾਰੀ ਜ਼ਿੰਦਗੀ ਲਗਭਗ ਬੱਚਿਆਂ ਨੂੰ ਐਤਵਾਰ ਵਾਲੇ ਦਿਨ 2 ਘੰਟੇ ਵਾਸਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰਦੁਆਰਾ ਸੁੱਖ ਸਾਗਰ ਅਤੇ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿੱਚ ਇਹ ਬੱਚਿਆਂ ਨੂੰ ਮੈਂ ਹੋਮਵਰਕ ਬਹਾਲ ਕੇ ਕਰਾਉਂਦਾ ਰਿਹਾ। ਸੋ ਇਸ ਤਰੀਕੇ ਦੇ ਨਾਲ ਲਗਭਗ ਮੇਰੀ ਜਿਹੜੀ ਜ਼ਿੰਦਗੀ ਆ ਉਹਦਾ ਬਹੁਤਾ ਜਿਹੜਾ ਸਮਾਂ ਆ ਉਹ ਪਰਿਵਾਰਕ ਝਮੇਲਿਆਂ ਤੋਂ ਮੈਂ ਬਚਿਆ ਰਿਹਾ। ਪਰਿਵਾਰਕ ਝਮੇਲੇ, ਵਿਆਹਾਂ ਸ਼ਾਦੀਆਂ, ਪਾਰਟੀਆਂ, ਜਨਮ ਦਿਨ ਮਨਾਉਣੇ, ਇਹਨਾਂ ਸਾਰਿਆਂ 'ਤੇ ਮੈਨੂੰ ਜਾਣ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਮੇਰੇ ਜੀਵਨ ਦਾ ਟੀਚਾ ਬੱਚਿਆਂ ਨੂੰ ਵਿੱਦਿਆ ਨਾਲ ਜੋੜਨਾ ਸੀ ਅਤੇ ਬੱਚਿਆਂ ਨੂੰ ਵਿੱਦਿਆ ਪੜ੍ਹਾ ਕੇ ਬੱਚਿਆਂ ਨੂੰ ਉਹਨਾਂ ਦੇ ਲਕਸ਼ ਵਿੱਚ ਸਫਲ ਹੋਣ ਦੇ ਵਿੱਚ ਪੂਰਾ ਜਿਹੜਾ ਜ਼ੋਰ ਲਾਉਣਾ ਸੀ। ਸੋ ਇਸੇ ਤਰੀਕੇ ਦੇ ਨਾਲ ਹੁਣ ਵੀ ਜਦੋਂ ਮੈਨੂੰ ਕੋਈ ਸੱਦਦਾ, ਕੋਈ ਸੁਸਾਇਟੀ, ਕੋਈ ਗੁਰਦੁਆਰਾ, ਕਿਸੇ ਕੈਂਪ 'ਚ ਮੈਨੂੰ ਸੱਦਦਾ, ਮੈਂ ਉੱਥੇ ਜਾਂਦਾ, ਜਾ ਕੇ ਆਪਣੇ ਵਿੱਤ ਦੇ ਮੁਤਾਬਕ ਮੈਂ ਸੇਵਾ ਕਰਦਾ। ਉਦਾਹਰਨ ਦੇ ਤੌਰ 'ਤੇ ਅਕਾਲੀ ਸਿੰਘ ਗੁਰਦੁਆਰੇ ਵਾਲੇ ਮੈਨੂੰ ਟੈਲੀਫੋਨ ਕਰਦੇ ਆ, ਸੁੱਖ ਸਾਗਰ ਵਾਲੇ ਕਰਦੇ ਆ, ਹੈਂ ਜੀ। ਉੱਥੇ ਮੈਂ ਜਾ ਕੇ ਬੱਚਿਆਂ ਨੂੰ ਜ਼ਰੂਰ ਆਪਣੇ ਵਿੱਤ ਮੁਤਾਬਕ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਬਾਜੂ ਜਿਹੜਾ ਇਸ ਵੇਲੇ ਸਾਡਾ ਵਾਤਾਵਰਣ ਆ ਉਹਦੀ ਬਹੁਤ ਵੱਡੀ ਸਮੱਸਿਆ ਆ, ਉਹਦੇ ਵਿੱਚ ਵੀ ਮੈਂ ਕੈਂਪ ਲਾਉਣਾ ਵੀ ਆਪਾਂ ਆਪਣੀ ਮਾਂ ਧਰਤੀ ਨੂੰ, ਆਪਣੀ ਮਦਰ ਨੇਚਰ ਨੂੰ, ਪਾਣੀ ਨੂੰ, ਹਵਾ ਨੂੰ ਅਤੇ ਧਰਤੀ ਮਾਂ ਨੂੰ ਕਿੱਦਾਂ ਬਚਾ ਸਕਦੇ ਹਾਂ, ਸਾਨੂੰ ਕੀ ਕਰਨਾ ਚਾਹੀਦਾ, ਉਹਦੇ ਵੀ ਮੈਂ ਕੈਂਪ ਲਾਉਣਾ। ਨਾਲ ਦੀ ਨਾਲ ਮਾਪਿਆਂ ਵਾਸਤੇ ਵੀ ਗੁਰਮਤਿ ਕੈਂਪ ਲਾਉਣਾ, ਨਾਲ ਪੇਰੈਂਟਿੰਗ ਦੇ ਕੈਂਪ ਲਾਉਣਾ ਕਿ ਬੱਚਿਆਂ ਨੂੰ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਸ ਤਰੀਕੇ ਨਾਲ ਪਾਲਣਾ, ਬੱਚਿਆਂ ਨੂੰ ਨਗੇਟ ਨਹੀਂ ਕਰਨਾ। ਸਾਰੀ ਜਿਹੜੀ ਅਪਰੋਚ ਮਾਪੇ ਦੀ ਹੋਣੀ ਚਾਹੀਦੀ ਉਹ ਪੋਜ਼ੀਟਿਵ ਅਤੇ ਸਕਾਰਾਤਮਕ ਹੋਣੀ ਚਾਹੀਦੀ ਆ। ਇਹ ਵੀ ਮੈਂ ਉਹਨਾਂ ਨੂੰ ਟ੍ਰੇਨਿੰਗ ਦਿੰਦਾ। ਇਹਦਾ ਮੇਰੇ ਕੋਲ ਸਰਟੀਫਿਕੇਟ ਹੈਗਾ ਅਤੇ ਉਹਦੇ ਆਧਾਰ ਦੇ ਉੱਤੇ ਮੈਂ ਬੱਚਿਆਂ ਦੀ ਸੇਵਾ ਕਰੀ ਜਾਂਦਾ। ਇੱਕ ਤੁਹਾਨੂੰ ਮੈਂ ਹੋਰ ਚੀਜ਼ ਦੱਸ ਦੇਣੀ ਚਾਹੁੰਦਾ, ਮੈਂ ਰੱਬ ਦੀ ਕਿਰਪਾ ਨਾਲ, ਸਤਿਗੁਰ ਦੀਆਂ ਮਿਹਰਾਂ ਬਖਸ਼ਾਂ ਦੇ ਨਾਲ 2016 1 ਅਪ੍ਰੈਲ ਨੂੰ ਵਿਦ ਡਿਗਨਿਟੀ ਐਂਡ ਓਨਰ
category 6, which is the highest category in the teaching profession. I retire from New Westminster School District and they rehire me again. So I am doing a good job. They are happy. They want to hire me full time, but I am getting old, so I am only doing part time and Punjabi teaching grade 5 to 8 Mondays and Wednesdays. ਐਕਸਪੀਰੀਅੰਸ ਮੇਰਾ ਜਿਹੜਾ ਬੱਚਿਆਂ ਨੂੰ ਪੜ੍ਹਾਉਣ ਦਾ ਬਹੁਤ ਹੀ ਸਕਾਰਾਤਮਕ ਆ। ਬੱਚਿਆਂ ਨੂੰ ਪੜ੍ਹਾ ਕੇ ਮੈਨੂੰ ਅੰਦਰੋਂ ਬਹੁਤ ਸ਼ਾਂਤੀ ਮਿਲਦੀ ਹੈ। ਬੱਚੇ ਆਪਣੇ ਸੱਭਿਆਚਾਰ ਨਾਲ ਜੁੜਦੇ ਆ, ਬੱਚੇ ਆਪਣੇ ਮੂਲ ਨਾਲ ਜੁੜਦੇ ਆ, ਬੱਚੇ ਆਪਣੀਆਂ ਜੜ੍ਹਾਂ ਨਾਲ ਜੁੜਦੇ ਆ। ਜਿਸ ਵੇਲੇ ਬੱਚੇ ਪੰਜਾਬੀ ਪੜ੍ਹਦੇ ਲਿਖਦੇ ਬੋਲਦੇ ਆ, ਮੈਨੂੰ ਬੇਅੰਤ ਖੁਸ਼ੀ ਮਿਲਦੀ ਆ। ਦੁਨੀਆ ਦੀ ਕੋਈ ਵੀ ਦੌਲਤ ਜਿਸ ਵੇਲੇ ਬੱਚੇ ਮੇਰੇ ਨਾਲ ਪੰਜਾਬੀ ਵਿੱਚ ਗੱਲਾਂ ਕਰਦੇ ਆ, ਉਹਦਾ ਮੁਕਾਬਲਾ ਨਹੀਂ ਕਰ ਸਕਦੀ। ਜਿਸ ਤਰੀਕੇ ਨਾਲ ਤੁਸੀਂ ਵੀ ਪੰਜਾਬੀ ਸੋਹਣੀ ਬੋਲਦੇ ਆ, ਮੇਰਾ ਦਿਲ ਤੁਹਾਨੂੰ ਮਿਲ ਕੇ ਵੀ ਬਹੁਤ ਜ਼ਿਆਦਾ ਖੁਸ਼ ਹੋਇਆ। ਅਤੇ ਨਾਲ ਅਸੀਂ ਪਿਛਲੇ 14 ਸਾਲ ਤੋਂ ਜਿਹੜਾ ਕੂਨਸਬੋਰੋ ਮਿਡਲ ਸਕੂਲ ਹੈ, ਉਹਦੇ 'ਚ 2005 ਤੋਂ ਲੈ ਕੇ 2020 ਜਾਂਦਾ, ਕੋਈ 15 ਕੁ ਸਾਲ ਤੋਂ ਅਸੀਂ ਵਿਸਾਖੀ ਦਾ ਬਹੁਤ ਜ਼ਿਆਦਾ ਵੱਡਾ ਪ੍ਰੋਗਰਾਮ ਕਰਦੇ ਹੁੰਦੇ ਹਾਂ, ਜਿਹਦੇ 'ਚ ਆਪਣੇ ਮਾਪੇ ਕਮਿਊਨਿਟੀ ਦੇ ਮੰਨੇ ਪ੍ਰਮੰਨੇ ਜਿਹੜੇ ਹੈਗੇ ਸਾਡੇ ਧਾਰਮਿਕ ਸਥਾਨਾਂ ਦੇ ਪ੍ਰਧਾਨ ਜਾਂ ਸੈਕਟਰੀ ਜਾਂ ਕੋਈ ਵੀ ਜਿਹੜੇ ਪਤਵੰਤੇ ਸੱਜਣ ਆ, ਉਹ ਸਭ ਨੂੰ ਇਨਵੀਟੇਸ਼ਨ ਹੁੰਦੀ ਆ। ਸਕੂਲ ਬੋਰਡ ਦੇ ਬੰਦੇ ਵੀ ਆਉਂਦੇ ਆ। ਬੱਚੇ ਬੱਚੀਆਂ ਗਿੱਧਾ, ਭੰਗੜਾ, ਫੋਕ ਸੌਂਗ, ਲੋਕ ਨਾਚ ਅਤੇ ਨਾਲ ਫਿਰ ਜਿਹੜੇ ਬੱਚੇ ਆ ਉਹ ਪੰਜਾਬੀ ਅਤੇ ਇੰਗਲਿਸ਼ ਵਿੱਚ ਵਿਸਾਖੀ ਦੀ ਸਮਾਜਿਕ ਧਾਰਮਿਕ ਜੋ ਮਹੱਤਤਾ ਆ, ਸਾਡੇ ਹਰ ਰੋਜ਼ ਦੇ ਕੰਮਾਂ 'ਚ ਵਿਸਾਖੀ ਸਾਨੂੰ ਕੀ ਸੁਨੇਹਾ ਦਿੰਦੀ ਆ, ਉਹ ਵੀ ਅਸੀਂ ਕੋਈ 1 ਘੰਟੇ ਦੀ ਅਸੈਂਬਲੀ ਕਰਦੇ ਹਾਂ। ਅਤੇ ਤੁਸੀਂ ਬੱਚਿਆਂ ਨੂੰ ਮੈਂ, ਕਿਉਂਕਿ ਤੁਸੀਂ ਮੇਰੇ ਸਾਹਮਣੇ ਬੈਠੇ ਆ, ਅਤੇ ਤੁਹਾਨੂੰ ਮੈਂ ਬੇਨਤੀ ਕਰਦਾ, ਅਸੀਂ 6 ਮਈ ਨੂੰ ਇਸ ਸਾਲ 9:15 to 10:15 1 ਘੰਟੇ ਦਾ ਪ੍ਰੋਗਰਾਮ ਕਰਦੇ ਹੁੰਦੇ ਹਾਂ। ਸੋ ਤੁਸੀਂ ਵੀ ਉੱਥੇ ਆਓ, ਤੁਸੀਂ ਆਪਣੇ ਅੱਖਾਂ ਨਾਲ ਆ ਕੇ ਮੇਰਾ ਕਲਾਸਰੂਮ ਦੇਖੋ, ਆਪਣੇ ਅੱਖਾਂ ਦੇ ਨਾਲ ਤੁਸੀਂ ਆ ਕੇ ਦੇਖੋ ਕਿ ਸਾਰਾ ਸਕੂਲ ਕਿੱਦਾਂ ਪੰਜਾਬੀ ਦੇ ਆਪਣੇ ਸਤਿ ਸ਼੍ਰੀ ਅਕਾਲ ਜੀ, ਆਓ ਜੀ, ਜਿਓ ਆਇਆਂ ਨੂੰ, ਤੁਹਾਡਾ ਸਵਾਗਤ ਹੈ। ਇਹ ਪ੍ਰਿੰਸੀਪਲ ਦਾ ਦਫ਼ਤਰ ਹੈ, ਇਹ ਵਾਸ਼ਰੂਮ ਹੈ, ਇਹ ਕੁੜੀਆਂ ਦਾ ਵਾਸ਼ਰੂਮ ਹੈ, ਮੁੰਡਿਆਂ ਦਾ ਵਾਸ਼ਰੂਮ ਹੈ, ਇਹ ਦਫ਼ਤਰ ਹੈ, ਇਹ ਮੇਰਾ ਪੰਜਾਬੀ ਸਕੂਲ ਦਾ ਕਮਰਾ ਹੈ। ਪੰਜਾਬੀ ਸਕੂਲ ਦੇ ਵਿੱਚ ਤੁਹਾਡਾ ਦੋਨੋਂ ਹੱਥ ਜੋੜ ਕੇ ਦਿਲ ਦੀਆਂ ਗਹਿਰਾਈਆਂ 'ਚੋਂ ਸਵਾਗਤ ਹੈ। ਇਹ ਸਾਰੇ ਤੁਹਾਨੂੰ ਵੱਡੇ ਵੱਡੇ ਪੋਸਟਰ ਉੱਥੇ ਲਟਕਾਏ ਹੋਏ ਮਿਲਣਗੇ। ਸੋ ਤੁਸੀਂ ਉੱਥੇ ਆਓ ਅਤੇ ਆਪਣੇ ਮਿੱਤਰਾਂ ਦੋਸਤਾਂ ਨੂੰ ਲੈ ਕੇ ਆਓ, ਤਾਂ ਕਿ ਤੁਸੀਂ ਉੱਥੇ ਬੈਠ ਕੇ ਤੁਸੀਂ ਉਸ ਸਮੇਂ ਦਾ ਤੁਸੀਂ ਨਜ਼ਾਰਾ ਲੈ ਸਕੋਗੇ। ਸੋ ਇੰਨੀ ਕੁ ਮੈਂ ਬੇਨਤੀ ਕਰਨੀ ਚਾਹੁੰਦਾ। ਕਈ ਵਾਰੀ ਸਿਆਣਾ ਹੋਣ ਕਰਕੇ ਗੱਲਾਂ ਕਈ ਵਾਰੀ ਵਿਸਰ ਵੀ ਜਾਂਦੀਆਂ, ਭੁੱਲ ਵੀ ਜਾਂਦੀਆਂ। ਅਗਰ ਦੁਬਾਰਾ ਯਾਦ ਆ ਗਈ ਤਾਂ ਫਿਰ ਮੈਂ ਤੁਹਾਨੂੰ ਉਹ ਵੀ ਦੱਸ ਦਊਂਗਾ। ਪਰ ਜਿਹੜੀ ਮੇਨ ਗੱਲ ਹੈਗੀ ਆ, ਉਹ ਸੀਗਾ ਪੰਜਾਬੀ ਬੱਚਿਆਂ ਨੂੰ ਪੜ੍ਹਾਉਣੀ, ਲਿਖਣੀ, ਬੋਲਣੀ, ਪੜ੍ਹਨੀ, ਨਾਲ ਵੱਡਿਆਂ ਦੀਆਂ ਕਲਾਸਾਂ ਲਾਉਣੀਆਂ, ਉਹਨਾਂ ਨੂੰ ਵੀ ਪੰਜਾਬੀ ਲਿਖਣੀ, ਪੜ੍ਹਨੀ, ਬੋਲਣੀ ਸਿਖਾਲਣੀ, ਬੱਚਿਆਂ ਦੇ ਗੁਰਮਤਿ ਕੈਂਪ ਲਾਉਣੇ, ਡਰੱਗ ਅਤੇ ਵਾਇਲੈਂਸ ਦੇ ਅਗੇਂਸਟ ਜਿਹੜਾ ਸਾਡੇ ਕਮਿਊਨਿਟੀ ਦੇ ਵਿੱਚ 4 ਚੁਫੇਰੇ ਫੈਲਿਆ ਹੋਇਆ, ਉਹਦੇ ਵਾਸਤੇ ਕੈਂਪ ਲਾਉਣੇ, ਅਤੇ ਗੁਰਦੁਆਰਾ ਸਾਹਿਬ ਜਿਹੜੇ ਬੇਸਿਕ ਫੰਡਾਮੈਂਟਲ ਸਿਧਾਂਤ ਆ, ਉਹ ਲਿਖ ਕੇ ਬੱਚਿਆਂ ਨੂੰ ਵੰਡਣੇ ਹੈ ਜੀ। ਇਸੇ ਤਰੀਕੇ ਦੇ ਨਾਲ ਮਾਪਿਆਂ ਵਾਸਤੇ ਕਿਸੇ ਤਰੀਕੇ ਦੇ ਨਾਲ ਅਸੀਂ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪਾਲ ਸਕਦੇ ਹਾਂ, ਉਹ ਮਾਪਿਆਂ ਵਾਸਤੇ ਵੀ ਕੈਂਪ ਲਾਏ। ਸੋ ਗੁਰੂ ਨੇ ਬੜੀ ਕਿਰਪਾ ਕੀਤੀ, ਬਹੁਤ ਵੱਡਾ ਕੰਮ ਆਪਣੀ ਕਿਰਪਾ ਕਰਕੇ ਆਪਣੇ ਸੇਵਕ ਤੋਂ ਸਤਿਗੁਰ ਸਾਹਿਬ ਜੀ ਨੇ ਕਰਵਾਇਆ ਅਤੇ ਕਰਵਾ ਰਿਹਾ, ਅਜੇ ਮੈਂ ਕਰ ਰਿਹਾ। ਅਤੇ ਮੈਂ ਜਿੰਨੀ ਦੇਰ ਤੱਕ ਮੇਰਾ ਸਰੀਰ ਚੱਲਦਾ ਉਨੀ ਦੇਰ ਤੱਕ ਮੈਂ ਕਰਦਾ ਰਹਿਣਾ। ਸਕੂਲ 'ਚ ਮੈਨੂੰ ਕਈ ਵਾਰੀ ਪੁਰਾਣੇ ਟੀਚਰ ਕਹਿ ਦਿੰਦੇ ਆ ਬਈ ਤੂੰ ਸਿੱਧਾ ਤੁਰਦਾ ਹੈਂ, ਅਤੇ ਯੂ ਆਰ ਗਰਾਊਂਡਡ ਹੈ। ਤਾਂ ਮੈਂ ਫਿਰ ਹੋਰ ਵੀ ਖੁਸ਼ ਹੋ ਜਾਂਦਾ ਵੀ ਇਹ ਦੇਖਦੇ ਆ ਵੀ 71 ਸਾਲ ਦਾ ਬੰਦਾ ਕਿੱਦਾਂ ਸਿੱਧਾ ਤੁਰਦਾ ਹੈ, ਇਹਦੇ ਗੋਡੇ ਠੀਕ ਆ, ਇਹਦੀ ਬੈਕ ਠੀਕ ਆ, ਇਹਦੀਆਂ ਲੱਤਾਂ ਠੀਕ ਆ, ਇਹ ਬੰਦਾ ਦੌੜਾ ਫਿਰਦਾ, ਚਿੱਟੀ ਸਫੈਦ ਦਾੜੀ ਹੈ ਇਹਦੀ, ਸਿਰ 'ਤੇ ਸੋਹਣੀ ਨੀਲੀ ਦਸਤਾਰ ਬੰਨ੍ਹੀ ਆ, ਇਹ ਕਿੰਨਾ ਬੰਦਾ ਚੜ੍ਹਦੀ ਕਲਾ ਵਿੱਚ ਆ। ਸੋ ਇਸੇ ਤਰੀਕੇ ਨਾਲ ਜਿਸ ਵੇਲੇ ਮੈਂ ਮੈਥਮੈਟਿਕਸ ਸਾਇੰਸ ਪੜ੍ਹਾਉਣਾ ਤਾਂ ਮੈਨੂੰ ਉਸ ਵੇਲੇ ਨਸ਼ਾ ਜਿਹਾ ਆਇਆ ਹੁੰਦਾ, ਕਿਉਂਕਿ ਮੈਨੂੰ ਇੱਦਾਂ ਮਹਿਸੂਸ ਹੁੰਦਾ ਕਿ ਮੈਨੂੰ ਗੁਰੂ ਨੇ ਓਪਰਚੁਨਿਟੀ ਦੇ ਦਿੱਤੀ। ਹੁਣ ਮੈਂ ਕਲਾਸਾਂ ਨੂੰ, ਜਿੱਥੇ ਸਾਰੀਆਂ ਕਮਿਊਨਿਟੀਆਂ ਦੇ ਬੱਚੇ ਬੈਠੇ ਆ, ਉਹ ਬੱਚੇ ਫਿਰ ਦੇਖਦੇ ਆ ਵੀ ਇੱਕ ਬਜ਼ੁਰਗ ਸਾਨੂੰ ਵਧੀਆ ਤਰੀਕੇ ਨਾਲ ਪੜ੍ਹਾ ਰਿਹਾ। ਅਤੇ ਬੱਚਿਆਂ ਦੇ ਨਾਲ ਜਿਹੜਾ ਰਿਲੇਸ਼ਨ ਉਹ ਹੈਗਾ ਦੋਸਤਾਨਾ ਭਾਵ ਹੈ ਜੀ, ਕਾਇੰਡ ਐਂਡ ਫਰਮ, ਟੂ ਬੀ ਵੈਰੀ ਕਾਇੰਡ ਵਿਦ ਦ ਚਿਲਡਰਨ ਬਟ ਔਨ ਦ ਅਦਰ ਹੈਂਡ ਟੂ ਬੀ ਫਰਮ ਹੈ ਜੀ। ਅਤੇ ਡਿਸਿਪਲਿਨ ਦੇ ਸੰਬੰਧ ਦੇ ਵਿੱਚ ਕਿਸੇ ਦੇ ਨਾਲ ਕੋਈ ਰਿਆਇਤ ਨਹੀਂ ਕੀਤੀ ਜਾਂਦੀ, ਅਤੇ ਜੇ ਕੋਈ ਬੰਦਾ ਗਲਤੀ ਕਰਦਾ ਉਸ ਬੰਦੇ ਨੂੰ
ਸੁਧਾਰਿਆ ਜਾਂਦਾ। ਤਾਂ ਪਰ ਕਾਈਂਡਨੈਸ ਜਿਹੜੀ ਹੈਗੀ ਆ, ਇਹ ਸੈਂਟਰ ਹੈਗਾ ਮੇਰੀ ਸਾਰੀ ਐਜੂਕੇਸ਼ਨ ਦਾ, ਟੂ ਬੀ ਕਾਈਂਡ ਟੂ ਚਿਲਡਰਨ ਐਂਡ ਟੂ ਗਿਵ ਦੈਮ ਫੁੱਲ ਰਿਸਪੈਕਟ। ਹਾਂਜੀ। ਜਦੋਂ ਮੈਂ ਇੰਡੀਆ ਤੋਂ ਆਇਆ ਸੀ ਤਾਂ ਐਕਚੁਅਲੀ ਇੰਡੀਆ 'ਚ ਮੈਂ ਹਾਈ ਸਕੂਲ ਟੀਚਰ ਸੀ। ਉੱਥੇ ਮੈਂ ਮੈਥੇਮੈਟਿਕਸ ਤੇ ਸਾਇੰਸ ਹਾਈ ਸਕੂਲ 'ਚ 9ਵੀਂ 10ਵੀਂ ਦੇ ਬੱਚਿਆਂ ਨੂੰ ਪੜ੍ਹਾਉਂਦਾ ਸੀ। ਸਰਕਾਰੀ ਨੌਕਰੀ ਸੀ, ਉਹ ਛੱਡ ਕੇ ਮੈਂ ਇੱਧਰ ਆਇਆ ਸੀ। ਮੇਰੀ ਵਾਈਫ ਨੇ ਮੈਨੂੰ ਸਪੋਂਸਰ ਕੀਤਾ ਸੀ ਵਿਆਹ ਕਰਾਉਣ ਵਾਸਤੇ। 30 ਜੂਨ 1975 ਨੂੰ ਅਕਾਲੀ ਸਿੰਘ ਗੁਰਦੁਆਰੇ ਸਾਡੀ ਸ਼ਾਦੀ ਹੋਈ ਅਤੇ ਮੈਂ ਕੋਈ ਲਗਭਗ 1 ਸਾਲ ਸਰਬਜੀਤ ਜਿਹੜੀ ਕਿ ਮੇਰੀ ਸਰਦਾਰਨੀ ਆ, ਮੇਰੀ ਮਿਸਿਜ਼ ਆ, ਮੇਰਾ ਪਾਰਟ ਐਂਡ ਪਾਰਸਲ ਹੈ, ਮੇਰਾ ਸਾਰਾ ਕੁਛ ਹੀ ਆ। ਉਹ ਤੋਂ ਬਿਨਾਂ ਮੈਂ ਕੱਖ ਨਹੀਂ। ਸੋ ਜੇ ਸਿਫਰ ਦੇ ਨਾਲ ਏਕਾ ਲਾ ਦਈਏ 10 ਬਣ ਜਾਂਦੇ ਆ। ਸੋ ਮੈਂ ਸਿਫਰ ਸੀਗਾ, ਉਹ ਏਕਾ ਮੇਰੇ ਨਾਲ ਲੱਗ ਗਈ ਅਤੇ ਮੇਰੀ ਜਿਹੜੀ ਜ਼ਿੰਦਗੀ ਸੀ 10 ਹੋ ਗਈ। ਸੋ ਇਸ ਗੱਲ ਕਰਕੇ ਮੈਂ ਆਪਣੀ ਵਾਈਫ ਦਾ, ਆਪਣੀ ਧਰਮ ਪਤਨੀ ਦਾ, ਆਪਣੇ ਜੀਵਨ ਸਾਥੀ ਦਾ ਸਦਾ ਸਦਾ ਵਾਸਤੇ ਰਿਣੀ ਆ, ਜਿਹਨੇ ਮੈਨੂੰ ਸੱਦ ਕੇ ਸੰਭਾਲਿਆ। ਹਾਂਜੀ, ਮੇਰੇ ਨਾਲ ਸ਼ਾਦੀ ਕੀਤੀ, ਮੈਨੂੰ ਜੀਵਨ ਦਾ ਸਾਰਾ ਸੁੱਖ ਦਿੱਤਾ। ਮੇਰੇ ਵਾਸਤੇ ਸੁਰਗ ਦੇ ਦਰਵਾਜ਼ੇ ਉਸ ਧਰਮ ਪਤਨੀ ਸਤਵੰਤੀ ਔਰਤ ਨੇ ਖੋਲ੍ਹੇ। 1 ਸਾਲ ਆਪਣੇ ਸਹੁਰਿਆਂ ਵਿੱਚ ਰਹਿਣ ਤੋਂ ਬਾਅਦ ਵਿੱਚ ਫਿਰ ਅਸੀਂ ਕੋਈ $4,000 ਜਿਹੜਾ ਜੋੜਿਆ। ਮੇਰੇ ਸਹੁਰੇ ਮੇਰੇ ਕੋਲੋਂ ਪੈਸੇ ਨਹੀਂ ਸੀ ਲੈਂਦੇ ਹੁੰਦੇ ਰਹਿਣ ਦੇ। ਉਹ ਕਹਿੰਦੇ ਸੀ ਕੋਈ ਨਹੀਂ, ਤੁਸੀਂ ਕੰਮ ਕਰੀ ਚਲੋ, ਕੰਮ ਕਰਕੇ ਪੈਸੇ ਜੋੜ ਲਓ, ਫਿਰ ਤੁਸੀਂ ਆਪਣਾ ਘਰ ਬਣਾ ਲਿਓ। ਫਿਰ ਅਸੀਂ 38,000 ਦਾ ਵੈਨਕੂਵਰ ਦੇ ਵਿੱਚ ਘਰ ਮੁੱਲ ਲਿਆ। ਉਸ ਘਰ ਨੂੰ ਮੁੱਲ ਲੈ ਕੇ ਉਹਦੀ ਫਿਰ ਬੇਸਮੈਂਟ ਅਸੀਂ ਬਣਾਈ। ਮੈਂ, ਮੇਰੀ ਸਰਦਾਰਨੀ ਅਤੇ ਸਾਡਾ ਇੱਕ ਬੱਚਾ ਸੀ ਨਵਪ੍ਰੀਤ, ਅਸੀਂ ਬੇਸਮੈਂਟ ਵਿੱਚ ਰਹਿੰਦੇ ਰਹੇ। ਉੱਪਰੋਂ 200 ਨੂੰ ਅਸੀਂ ਕਿਰਾਏ ਚਾੜ੍ਹ ਦਿੱਤਾ। $300 ਕਿਸ਼ਤ ਹੁੰਦੀ ਸੀ, ਉਹਦੀ ਪੇਮੈਂਟ ਮਹੀਨੇ ਦੀ ਹੁੰਦੀ ਸੀ। $100 ਅਸੀਂ ਫਿਰ ਕੋਲੋਂ ਪਾਉਂਦੇ ਸੀ ਤਾਂ ਕਿ 200 ਉੱਪਰੋਂ ਸਾਨੂੰ ਆ ਜਾਂਦਾ ਸੀ। 2 ਬੰਦੇ ਉੱਪਰ ਰਹਿੰਦੇ ਹੁੰਦੇ ਸੀ ਤਾਂ ਸਾਡਾ ਗੁਜ਼ਾਰਾ ਹੁੰਦਾ ਰਿਹਾ। ਅਤੇ ਨਾਲ ਦੀ ਨਾਲ ਮੈਂ ਉਸੇ ਸਮੇਂ 'ਚ, ਕਿਉਂਕਿ ਮੈਂ ਮਿੱਲ 'ਚ ਕੰਮ ਕਰਦਾ ਸੀ, ਜੋਬ ਮੈਨੂੰ ਮਿੱਲ 'ਚ ਮਿਲ ਗਈ ਸੀ। ਉਸ ਮਿੱਲ ਦੇ ਜੋਬ 'ਤੇ ਇਨਕਮ ਦੇ ਆਧਾਰ 'ਤੇ ਮੈਂ ਆਪਣੇ ਮਾਂ ਬਾਪ, ਭੈਣਾਂ ਭਾਈ ਉਹਨਾਂ ਨੂੰ ਸਪੋਂਸਰ ਕੀਤਾ। 6 ਬੰਦੇ 1977 31 ਅਗਸਤ ਨੂੰ ਉਹ ਵੀ ਆ ਗਏ। ਉਹਨਾਂ ਨੂੰ ਵੀ ਉਸੇ ਘਰ ਦੇ ਵਿੱਚ ਅਸੀਂ ਸਾਰਾ ਪਰਿਵਾਰ 10 ਸਾਲ ਇਕੱਠੇ ਰਹੇ। ਉਹ ਜਿਸ ਵੇਲੇ ਉਹਨਾਂ ਮੇਰੇ ਭੈਣਾਂ ਦੇ ਭਰਾਵਾਂ ਦੀਆਂ ਸ਼ਾਦੀਆਂ ਹੋ ਗਈਆਂ, ਇੰਗਲਿਸ਼ ਪੜ੍ਹ ਗਿਆ, ਸਿੱਖ ਗਿਆ, ਕੰਮਾਂ 'ਤੇ ਲੱਗ ਗਏ, ਹੈਂ ਜੀ, ਪੈਰਾਂ 'ਤੇ ਖੜ੍ਹ ਗਏ, ਫਿਰ ਅਸੀਂ ਆਪਣਾ ਵੱਖਰਾ ਘਰ ਬਰਨਬੀ ਵਿੱਚ ਬਣਾਇਆ ਸੀ। ਜਿਸ ਘਰ 'ਚ ਅਸੀਂ ਰਹਿੰਦੇ ਸੀ, ਉਹ ਆਪਣਾ ਜਿਹੜਾ ਮਕਾਨ ਸੀ ਮੈਂ ਆਪਣੇ ਭਰਾਵਾਂ ਨੂੰ ਦੇ ਦਿੱਤਾ ਸੀ। ਸੋ ਇਸ ਤਰੀਕੇ ਦੇ ਨਾਲ ਮੇਰੇ ਸਹੁਰਿਆਂ ਨੇ, ਮੇਰੀ ਘਰਵਾਲੀ ਨੇ ਮੇਰੀ ਸਪੋਰਟ ਕੀਤੀ। ਹੋਰ ਇੱਥੇ ਮੇਰਾ ਹੈ ਨਹੀਂ ਸੀ ਕੋਈ ਵੀ। ਰਿਲੇਸ਼ਨਸ਼ਿਪ ਮੇਰਾ ਸਾਰੇ ਟੀਚਰਾਂ ਦੇ ਨਾਲ ਬਹੁਤ ਵਧੀਆ ਸੀ। ਕਈ ਵਾਰੀ ਇੱਦਾਂ ਹੁੰਦਾ, ਜਿਸ ਵੇਲੇ ਕੋਈ ਵੀ ਵਿਜ਼ੀਬਲ ਮਾਈਨੋਰਿਟੀ ਆ ਉਹ ਦੇਖਦੇ ਹੈਗੇ ਆ, ਕਿਉਂਕਿ ਨਿਊ ਵੈਸਟਮਿਨਸਟਰ ਸੈਕੰਡਰੀ ਸਕੂਲ ਇੱਕ ਐਸਾ ਸਕੂਲ ਆ BC ਦਾ, ਜਿੱਥੇ ਮੈਜੋਰਿਟੀ ਜਿਹੜਾ ਸੀਗਾ ਸਿਸਟਮ, ਜਿੱਥੇ ਮੈਂ ਅਜੇ ਵੀ ਕੰਮ ਕਰਦਾ ਹਾਂ, ਇਹ ਸਾਰਾ ਵਾਈਟ ਸਿਸਟਮ ਸੀ। ਇੱਥੇ ਤੁਹਾਨੂੰ ਵਿਜ਼ੀਬਲ ਮਾਈਨੋਰਿਟੀ ਵਾਲਾ ਬੰਦਾ ਨਹੀਂ ਸੀ ਲੱਭਦਾ। ਇਹਦੇ 'ਚ ਸਿਰਫ ਜੇ ਤੁਸੀਂ ਸਾਰੇ ਸਟਾਫ ਵਿੱਚੋਂ ਦੇਖੋ ਤਾਂ ਕੁਛ 2-4 ਕੁ ਬੰਦੇ ਸੀ ਜਿਹੜੇ ਵਿਜ਼ੀਬਲ ਮਾਈਨੋਰਿਟੀ ਦੇ ਸੀ, ਜਿਹਦੇ 'ਚੋਂ ਮੈਨੂੰ ਵੀ ਮਤਲਬ ਇੱਥੇ ਸੇਵਾ ਕਰਨ ਦਾ ਮੌਕਾ ਗੁਰੂ ਨੇ ਬਖਸ਼ਿਆ ਅਤੇ ਜਿਹੜਾ ਬੜੀ ਇੱਜ਼ਤ ਮਾਣ ਅਤੇ ਸ਼ਾਨ ਦੇ ਨਾਲ ਮੈਂ ਨਿਭਾਇਆ। ਸਟਾਫ ਵੱਲੋਂ ਮੈਨੂੰ ਕੋਈ ਸਮੱਸਿਆ ਨਹੀਂ ਆਈ, ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਸਮੱਸਿਆ ਨਹੀਂ ਆਈ, ਬੱਚਿਆਂ ਤੋਂ ਕੋਈ ਸਮੱਸਿਆ ਨਹੀਂ ਆਈ, ਮਾਪਿਆਂ ਤੋਂ ਕੋਈ ਸਮੱਸਿਆ ਨਹੀਂ ਆਈ। ਸਾਰਿਆਂ ਨੇ ਮੈਨੂੰ ਸਪੋਰਟ ਕੀਤਾ, ਕਿਉਂਕਿ ਮੈਂ ਗੁਰੂ ਨੂੰ ਹਰ ਵੇਲੇ ਆਪਣੇ ਨਾਲ ਸਮਝਦਾ ਸੀ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਸੀ। ਸਕੂਲ ਦੇ ਕੋਈ ਘੰਟੇ ਨਹੀਂ ਸੀ ਮੈਂ ਕਦੇ ਗਿਣੇ। ਸਕੂਲ ਤੋਂ ਪਹਿਲਾਂ ਜਾ ਕੇ ਬੱਚਿਆਂ ਦੀ ਸੇਵਾ ਕਰਦਾ ਸੀ। ਲੰਚ ਟਾਈਮ ਦੇ ਵਿੱਚ ਮੈਂ ਕਦੇ ਲੰਚ ਰੂਮ 'ਚ ਸਟਾਫ ਵਿੱਚ ਨਹੀਂ ਸੀ ਜਾਂਦਾ। ਆਪਣੇ ਕਮਰੇ 'ਚ ਬੈਠ ਕੇ ਬੱਚਿਆਂ ਨੂੰ ਸੱਦ ਕੇ ਉਹਨਾਂ ਦੀ ਮਦਦ ਕਰਦਾ ਸੀ। ਈਵਨ ਰੀਸੈਸ ਦੇ ਵਿੱਚ ਮੈਂ ਉੱਥੇ ਬੈਠਾ ਰਹਿੰਦਾ ਸੀ ਵੀ ਮੇਰੇ ਕੋਲ ਆਓ, ਮੇਰੇ 'ਤੇ ਆ ਕੇ ਤੁਸੀਂ ਹੈਲਪ ਲੈ ਸਕਦੇ ਹਾਂ। ਸਕੂਲ ਤੋਂ ਬਾਅਦ ਵਿੱਚ ਵੀ ਜਿਨ੍ਹਾਂ ਬੱਚਿਆਂ ਨੇ ਆਪਣੇ ਹੋਮਵਰਕ ਵਿੱਚ ਕਿਸੇ ਵੀ ਚੀਜ਼ 'ਚ ਮਦਦ ਲੈਣੀ ਆ, ਉਹ ਮੈਂ ਬੱਚਿਆਂ ਦੀ ਕਰਦਾ ਰਿਹਾ। ਸੋ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਇਹੀ ਹੈਗਾ ਇੱਕ ਲਾਈਨ ਦੇ ਵਿੱਚ, ਕਿ ਜਿੰਨਾ ਵੀ ਸਟਾਫ ਸੀਗਾ ਉਹਨਾਂ ਤੋਂ ਮੈਨੂੰ ਬਹੁਤ ਵੱਡੀ ਸਪੋਰਟ ਮਿਲੀ। ਸਭ ਕੋਲੋਂ ਮੈਨੂੰ ਜਾਣੀ ਪਿਆਰ ਮਿਲਿਆ। ਜਦੋਂ ਮੈਂ ਰਿਟਾਇਰ ਹੋਇਆ ਸਭ ਨੇ ਮੈਨੂੰ ਕਾਰਡ ਭੇਜੇ, ਬੂਟੇ ਭੇਜੇ, ਉਹਨੇ ਮੈਨੂੰ ਪਾਰਟੀ ਕੀਤੀ, ਬਹੁਤ ਖੁਸ਼ ਹੋਇਆ ਹੈ।